ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਇਮੀਗ੍ਰੇਸ਼ਨ ਵਿਭਾਗ ਨੇ ਰੈਜ਼ੀਡੈਂਟ ਵੀਜ਼ੇ ਵਾਲਿਆਂ ਨੂੰ ਵਾਪਸ ਪਰਤਣ ਲਈ ਦਿੱਤਾ ਸਾਲ ਭਰ ਦਾ ਹੋਰ ਸਮਾਂ। संयुक्त अरब अमीरात ने शुरू किया ग्रीन वीज़ा। विदेश विच नौकरी करन दा सुपना होवेगा सच, भारतीयां नूं होवेगा फायदा। जो बाइडन 1911 हमले की 20वीं वर्षगांठ ते करनगे 3 थावां दा दौरा। राष्ट्रपति बाइडन वालों न्यूयॉर्क ते न्यू जर्सी विच लिया जावेगा तूफानी नुकसान दा जायजा। तालिबान ने कुछ अमरीकियों नूं बंधक बना के रखा है, अमेरिकी संसद मैंबर। अपने कार्ड नूं बोले साले मैनू मार देन गोली, पर तालिबान दे सामने गोडे नहीं टेकांगा। ते हुण इन्हां खबरां दा विस्तार। न्यूजीलैंड इमीग्रेशन हुण हवाई यात्रा नेड़े भविख दे विच ना खुलण दी संभावना जां कहे ਲਈ ਨਾ ਖੋਲਣ ਦੀ ਮਨਸ਼ਾ ਦੇ ਨਾਲ ਮੋਟਾ ਹਿਸਾਬ ਲਾ ਕੇ ਕੁਝ ਵੀਜ਼ਾ ਸ਼੍ਰੇਣੀਆਂ ਸ਼ਰਤਾਂ ਨੂੰ ਨਰਮ ਕਰ ਰਹੀ ਹੈ। ਰੈਜ਼ੀਡੈਂਟ ਵੀਜ਼ੇ ਵਾਲਿਆਂ ਦੇ ਲਈ ਖਬਰ ਹੈ ਕਿ ਜਿਹੜੇ ਲੋਕ ਇਸ ਵੇਲੇ ਦੇਸ਼ ਤੋਂ ਬਾਹਰ ਹਨ ਅਤੇ ਪ੍ਰਤੀ ਸਾਲ 184 ਦਿਨ ਪੂਰੇ ਕਰਨ ਤੋਂ ਅਸਮਰਥ ਨੇ ਤਾਂ ਉਹਨਾਂ ਦੇ ਲਈ ਵੀਜ਼ਾ ਯਾਤਰਾ ਸ਼ਰਤਾਂ ਨੂੰ 10 ਸਤੰਬਰ 2022 ਤੱਕ ਵਧਾ ਦਿੱਤਾ ਗਿਆ। ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਦੀਆਂ ਵੀਜ਼ਾ ਯਾਤਰਾ ਸ਼ਰਤਾਂ 25 ਅਗਸਤ 2021 ਤੋਂ 10 ਸਤੰਬਰ 2022 ਤੱਕ ਖਤਮ ਹੋਣ ਵਾਲੀਆਂ ਸਨ ਅਤੇ ਉਹ 22 ਅਗਸਤ 2021 ਨੂੰ ਦੇਸ਼ ਤੋਂ ਬਾਹਰ ਸਨ। ਇਹੀ ਵੀਜ਼ਾ ਯਾਤਰਾ ਸ਼ਰਤਾਂ ਪਿਛਲੇ ਸਾਲ 11 ਸਤੰਬਰ 2021 ਤੱਕ ਵਧਾਈਆਂ ਗਈਆਂ ਸਨ ਅਤੇ ਹੁਣ 1 ਸਾਲ ਲਈ ਹੋਰ ਵਧਾ ਦਿੱਤੀਆਂ ਗਈਆਂ ਹਨ। ਇਹਨਾਂ ਦਾ ਰੈਜ਼ੀਡੈਂਟ ਵੀਜ਼ਾ ਨਵਾਂ ਲੱਗਿਆ ਸੀ ਅਤੇ ਸਰਹੱਦਾਂ ਬੰਦ ਹੋਣ ਕਰਕੇ ਇੱਥੇ ਇੱਕ ਵਾਰ ਵੀ ਦਾਖਲ ਨਹੀਂ ਹੋ ਸਕੇ। ਉਹਨਾਂ ਵਾਸਤੇ ਇਮੀਗ੍ਰੇਸ਼ਨ ਨੇ ਵਿਸ਼ੇਸ਼ ਐਂਟਰੀ ਪਰਮਿਸ਼ਨ ਖੋਲੀ ਸੀ, ਜਿਸ ਦਾ ਮਤਲਬ ਸੀ ਕਿ ਇੱਥੇ ਆਉਣ ਤੋਂ ਪਹਿਲਾਂ ਆਗਿਆ ਲੈ ਲਓ। ਜਿਨ੍ਹਾਂ ਲੋਕਾਂ ਨੂੰ ਰੈਜ਼ੀਡੈਂਸੀ ਤਾਂ ਮਿਲ ਗਈ ਸੀ ਪਰ ਪ੍ਰਤੀ ਸਾਲ 184 ਦਿਨ ਇੱਥੇ ਪੂਰੇ ਕਰਨੇ ਸੀ ਪਰ ਨਹੀਂ ਕਰ ਸਕੇ। ਸਰਹੱਦਾਂ ਬੰਦ ਕਾਰਨ ਚਾਹੁੰਦੇ ਹੋਏ ਵੀ ਨਹੀਂ ਆ ਪਾਏ। ਉਹਨਾਂ ਵਿੱਚੋਂ ਬਹੁਤਿਆਂ ਦੀ ਰੈਜ਼ੀਡੈਂਸੀ ਰੱਦ ਹੋ ਜਾਣ ਦੀ ਸੰਭਾਵਨਾ ਸੀ, ਪਰ ਹੁਣ ਉਹ ਇਸ ਵਾਪਸੀ ਯਾਤਰਾ ਲਈ ਮਿਲੇ ਹੋਰ 1 ਸਾਲ ਦੇ ਰਾਹਤ ਸਮੇਂ ਵਿੱਚ ਵਾਪਸ ਆ ਕੇ 184 ਦਿਨ ਪੂਰੇ ਕਰ ਸਕਦੇ ਨੇ ਅਤੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰ ਸਕਦੇ ਨੇ। ਇਸ ਸੰਬੰਧੀ ਇਮੀਗ੍ਰੇਸ਼ਨ ਵਿਭਾਗ 10 ਸਤੰਬਰ 2021 ਤੱਕ ਲੋਕਾਂ ਨੂੰ ਈਮੇਲ ਰਾਹੀਂ ਸੂਚਿਤ ਵੀ ਕਰੇਗਾ। ਕੁਆਰੰਟਾਈਨ ਫ੍ਰੀ ਯਾਤਰਾ ਇਸ ਵੇਲੇ ਬੰਦ ਹੈ, ਇਸ ਕਰਕੇ ਜਿਹੜਾ ਵੀ ਹੁਣ ਆਵੇਗਾ ਉਹ ਸੇਫ ਜ਼ੋਨ ਦੇਸ਼ ਦੇ ਵਿੱਚੋਂ 14 ਦਿਨ ਰਹਿ ਕੇ ਇੱਥੇ ਆਵੇਗਾ ਅਤੇ ਦੁਬਾਰਾ ਮੈਨੇਜ ਆਈਸੋਲੇਸ਼ਨ ਦੇ ਵਿੱਚ 14 ਦਿਨ ਰਹੇਗਾ। ਜੇਕਰ ਕੋਈ 2 ਸਾਲ ਤੋਂ ਉੱਪਰ ਹੈ ਤਾਂ 72 ਘੰਟੇ ਪਹਿਲਾਂ ਕਰੋਨਾ ਟੈਸਟ ਨੈਗੇਟਿਵ ਆਉਣਾ ਚਾਹੀਦਾ ਹੈ। ਇੱਥੇ ਪਹੁੰਚਣ ਉੱਤੇ ਪਹਿਲੇ ਦਿਨ, ਤੀਜੇ ਦਿਨ ਅਤੇ 12ਵੇਂ ਦਿਨ ਦੁਬਾਰਾ ਕਰੋਨਾ ਟੈਸਟ ਹੋਵੇਗਾ। ਵਾਪਸੀ ਵਾਸਤੇ ਪ੍ਰਬੰਧਕੀ ਇਕਾਂਤਵਾਸ ਲਈ ਬੁਕਿੰਗ ਕਰਨੀ ਵੀ ਜ਼ਰੂਰੀ ਹੈ, ਪਰ ਉਹ ਕਰੋਨਾ ਮਹਾਮਾਰੀ ਦੁਬਾਰਾ ਆਉਣ ਕਰਕੇ ਬੰਦ ਪਈ ਹੈ। ਕਰੋਨਾ ਮਹਾਮਾਰੀ ਲਈ ਸਭ ਤੋਂ ਜ਼ਿਆਦਾ ਖਤਰੇ ਵਾਲੇ ਦੇਸ਼ਾਂ ਦੇ ਵਿੱਚ ਬ੍ਰਾਜ਼ੀਲ, ਫੀਜੀ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਪਾਪੂਆ ਨਿਊ ਗਿਨੀ ਹਨ। ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ 11 ਅਪ੍ਰੈਲ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ 28 ਅਪ੍ਰੈਲ ਤੱਕ ਜਾਰੀ ਰਹੀਆਂ ਸਨ। 2 ਸਤੰਬਰ ਤੱਕ ਇੱਥੇ 3742 ਲੋਕ ਆਈਸੋਲੇਸ਼ਨ ਦੇ ਵਿੱਚ, 744 ਕੁਆਰੰਟਾਈਨ ਦੇ ਵਿੱਚ ਸਨ। ਅਗਲੇ 15 ਦਿਨਾਂ ਦੇ ਵਿੱਚ 3464 ਹੋਰ ਲੋਕਾਂ ਦੇ ਆਉਣ ਦਾ ਅਨੁਮਾਨ ਸੀ। ਸੰਯੁਕਤ ਅਰਬ ਅਮੀਰਾਤ ਜਾ ਕੇ ਕੰਮ ਕਰਨ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖਬਰ ਹੈ। UAE ਨੇ ਇੱਕ ਨਵੇਂ ਤਰ੍ਹਾਂ ਦਾ ਵੀਜ਼ਾ ਲਾਂਚ ਕੀਤਾ ਹੈ। ਇਸ ਨੂੰ ਗ੍ਰੀਨ ਵੀਜ਼ਾ ਕਿਹਾ ਜਾ ਰਿਹਾ ਹੈ। ਇਹ ਕਿਸੇ ਨਿਯੁਕਤਾ ਵੱਲੋਂ ਸਪਾਂਸਰ ਕੀਤੇ ਬਗੈਰ ਬਿਨਾਂ ਪ੍ਰਵਾਸੀਆਂ ਨੂੰ UAE ਵਿੱਚ ਕੰਮ ਕਰਨ ਦੇ ਲਈ ਅਪਲਾਈ ਕਰਨ ਦੀ ਆਗਿਆ ਦੇਵੇਗਾ। ਬਲੂਮਬਰਗ ਦੀ ਰਿਪੋਰਟ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਵੀਜ਼ੇ ਦੇ ਦਾਇਰੇ ਵਿੱਚ ਪ੍ਰਵਾਸੀ ਕਾਮਿਆਂ ਦੇ ਨਾਲ ਉਸ ਦਾ ਪਰਿਵਾਰ ਵੀ ਆਵੇਗਾ। ਇਹ ਕਦਮ ਨਿਵੇਸ਼ਕਾਂ ਅਤੇ ਬੇਹੱਦ ਹੋਣਹਾਰ ਕਾਮਿਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਗ੍ਰੈਜੂਏਟਸ ਨੂੰ ਟਾਰਗੇਟ ਕਰਨ ਲਈ ਚੁੱਕਿਆ ਗਿਆ। ਗ੍ਰੀਨ ਵੀਜ਼ਾ ਧਾਰਕ ਦੇ ਪਰਮਿਟ ਤੇ ਉਸਦੇ ਮਾਤਾ-ਪਿਤਾ ਤੇ 25 ਸਾਲ ਤੱਕ ਦੀ ਉਮਰ ਤੱਕ ਦੇ ਬੱਚੇ ਵੀ UAE ਦੀ ਯਾਤਰਾ ਕਰ ਸਕਣਗੇ। UAE ਸਰਕਾਰ ਆਪਣੀ ਨੌਕਰੀ ਖੋ ਚੁੱਕੇ ਲੋਕਾਂ ਨੂੰ 6 ਮਹੀਨੇ ਤੱਕ UAE ਵਿੱਚ ਰਹਿਣ ਦੀ ਆਗਿਆ ਦੇਵੇਗੀ। ਇਸ ਨਾਲ 15 ਸਾਲ ਤੋਂ ਜ਼ਿਆਦਾ ਉਮਰ ਦੇ ਸਥਾਈ ਕਾਮਿਆਂ ਨੂੰ ਕੰਮ ਤੇ ਰੱਖਿਆ ਜਾ ਸਕੇਗਾ ਅਤੇ ਰੋਜ਼ਗਾਰ ਦੇ ਬਾਜ਼ਾਰ ਵਿੱਚ ਛਾਈ ਮੰਦੀ ਨੂੰ ਦੂਰ ਕੀਤਾ ਜਾ ਸਕੇਗਾ। ਵਿਦੇਸ਼ੀ ਨਿਵਾਸੀ UAE ਦੀ ਆਬਾਦੀ ਦਾ 80% ਹਿੱਸਾ ਹਨ ਅਤੇ ਪਿਛਲੇ ਕੁਝ ਦਹਾਕਿਆਂ ਤੋਂ ਦੇਸ਼ ਦੀ ਅਰਥ ਵਿਵਸਥਾ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ। ਵਿਦੇਸ਼ੀ ਨਾਗਰਿਕ ਪ੍ਰਾਈਵੇਟ ਫੀਲਡ ਵਿੱਚ ਕੰਮ ਕਰਦੇ ਹਨ ਅਤੇ UAE ਵਿੱਚ ਜਾਇਦਾਦ ਖਰੀਦ ਕੇ ਜਾਂ ਦੁਨੀਆ ਦੇ ਕੁਝ ਸਭ ਤੋਂ ਵੱਡੇ ਮਾਲ ਵਿੱਚ ਖਰੀਦਦਾਰੀ ਕਰਕੇ ਦੇਸ਼ ਦੀ ਅਰਥ ਵਿਵਸਥਾ ਵਿੱਚ ਯੋਗਦਾਨ ਕਰਦੇ ਹਨ। ਭਾਰਤ ਤੋਂ UAE ਹਵਾਈ ਰੂਟ ਤੇ ਯਾਤਰਾ ਤੇ ਲਾਈ ਬਿਨੇਕਾਰਾਂ ਦੀ ਗਿਣਤੀ ਅਤੇ ਹਵਾਈ ਕਿਰਾਏ ਵਿੱਚ ਹੈਰਾਨੀਜਨਕ ਵਾਧਾ ਵੀ ਹੋਇਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ 19/11 ਹਮਲੇ ਦੀ 20ਵੀਂ ਵਰ੍ਹੇਗੰਢ ਮੌਕੇ ਇਸ ਹਮਲੇ ਨਾਲ ਸੰਬੰਧਿਤ 3 ਥਾਵਾਂ ਦੀ ਯਾਤਰਾ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਈਟ ਹਾਊਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 11 ਸਤੰਬਰ ਨੂੰ ਆਪਣੀ ਪਤਨੀ ਜਿਲ ਬਾਈਡਨ ਨਾਲ 20 ਸਾਲ ਪਹਿਲਾਂ ਆਤੰਕੀ ਹਮਲਿਆਂ ਵਿੱਚ ਗਈਆਂ ਤਕਰੀਬਨ 3000 ਜਾਨਾਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਦੇਣਗੇ। ਆਪਣੇ ਦੌਰੇ ਦੌਰਾਨ ਉਹ ਨਿਊਯਾਰਕ ਵਿੱਚ ਸਮਾਰੋਹਾਂ ਵਿੱਚ ਹਿੱਸਾ ਲੈਣਗੇ ਜਿੱਥੇ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰ ਡਿੱਗੇ ਸਨ। ਇਸ ਦੇ ਇਲਾਵਾ ਪੈਂਸਿਲਵੇਨੀਆ ਦੇ ਸ਼ੰਕਸਵਿਲੇ ਅਤੇ ਅਰਲਿੰਗਟਨ ਵਰਜੀਨੀਆ ਵਿੱਚ ਪੈਂਟਾਗਨ ਹਮਲੇ ਨਾਲ ਸੰਬੰਧਿਤ ਸਥਾਨ ਦੀ ਦੌਰੇ ਵਿੱਚ ਸ਼ਾਮਲ ਹਨ। ਇਹਨਾਂ ਸਥਾਨਾਂ ਤੇ ਜਾ ਕੇ ਰਾਸ਼ਟਰਪਤੀ ਦੁਆਰਾ 20 ਸਾਲ ਪਹਿਲਾਂ ਮਾਰੇ ਗਏ ਸੈਂਕੜੇ ਅਮਰੀਕੀ ਨਿਵਾਸੀਆਂ ਨੂੰ ਸਨਮਾਨ ਸਾਹਿਤ ਸ਼ਰਧਾਂਜਲੀ ਦਿੱਤੀ ਜਾਵੇਗੀ। 19/11 ਦੇ ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦੀ ਤੈਨਾਤੀ ਕੀਤੀ ਗਈ ਹੈ, ਜਿਨ੍ਹਾਂ ਨੂੰ ਹੁਣ ਤਕਰੀਬਨ 20 ਸਾਲਾਂ ਬਾਅਦ ਵਾਪਸ ਬੁਲਾ ਲਿਆ ਗਿਆ ਹੈ। ਅਮਰੀਕਾ ਦੇ ਕਈ ਖੇਤਰਾਂ ਵਿੱਚ ਤੂਫਾਨ ਈਡਾ ਵੱਲੋਂ ਤਬਾਹੀ ਮਚਾਉਣ ਦੇ ਬਾਅਦ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਤੂਫਾਨ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਨੇ। ਪਿਛਲੇ ਦਿਨੀ ਨਿਊ ਓਰਲੀਨਜ਼, ਲੂਸੀਆਨਾ ਆਦਿ ਦਾ ਦੌਰਾ ਕਰਨ ਤੋਂ ਬਾਅਦ ਵਾਈਟ ਹਾਊਸ ਦੇ ਅਨੁਸਾਰ ਰਾਸ਼ਟਰਪਤੀ ਜੋ ਬਾਈਡਨ ਅਗਲੇ ਹਫ਼ਤੇ ਨਿਊਯਾਰਕ ਦੇ ਕੁਈਨਜ਼ ਅਤੇ ਨਿਊ ਜਰਸੀ ਦੇ ਮੈਨਵਿਲੇ ਦੀ ਯਾਤਰਾ ਕਰਨਗੇ। ਇਸ ਯਾਤਰਾ ਦੌਰਾਨ ਬਾਈਡਨ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਈਡਾ ਤੂਫਾਨ ਅਤੇ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ। ਅਮਰੀਕੀ ਉੱਤਰ ਪੂਰਬ ਵਿੱਚ ਤੂਫਾਨ ਨਾਲ ਸੰਬੰਧਿਤ ਘੱਟੋ-ਘੱਟ 49 ਮੌਤਾਂ ਹੋਈਆਂ ਨੇ, ਜਿਨ੍ਹਾਂ ਵਿੱਚ ਨਿਊਯਾਰਕ ਸਿਟੀ 'ਚ 13 ਅਤੇ ਨਿਊ ਜਰਸੀ ਵਿੱਚ 27 ਸ਼ਾਮਲ ਹਨ, ਜਦਕਿ ਹੋਰ 16 ਲੋਕਾਂ ਦੀ ਮੌਤ ਦੱਖਣ ਪੂਰਬ ਵਿੱਚ ਹੋਈ ਹੈ। ਇਨ੍ਹਾਂ ਖੇਤਰਾਂ ਵਿੱਚ ਬੁੱਧਵਾਰ ਨੂੰ ਰਿਕਾਰਡ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਸੀ, ਜਿਸ ਨਾਲ ਵੱਡੇ ਪੱਧਰ ਤੇ ਨੁਕਸਾਨ ਹੋਇਆ। ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਵਿੱਚ ਇੱਕ ਸੀਨੀਅਰ ਰਿਪਬਲਿਕਨ ਮੈਂਬਰ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੇ ਨਿਕਲਣ ਤੋਂ ਬਾਅਦ ਪਿੱਛੇ ਰਹਿ ਗਏ ਕੁਝ ਅਮਰੀਕੀ ਨਾਗਰਿਕ ਹਵਾਈ ਅੱਡੇ ਤੇ ਜਹਾਜ਼ ਵਿੱਚ ਬੈਠੇ ਹਨ, ਪਰ ਤਾਲਿਬਾਨ ਜਹਾਜ਼ ਨੂੰ ਉਡਾਉਣ ਭਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। ਪ੍ਰਤੀਨਿਧੀ ਸਭਾ ਦੇ ਮੈਂਬਰ ਮਾਈਕਲ ਮੈਕਾਲ ਨੇ ਕਿਹਾ ਕਿ ਮਜ਼ਾਰੇ ਸ਼ਰੀਫ ਹਵਾਈ ਅੱਡੇ ਤੇ 6 ਜਹਾਜ਼ ਹਨ, ਜਿਨ੍ਹਾਂ ਵਿੱਚ ਅਮਰੀਕੀ ਨਾਗਰਿਕਾਂ ਅਤੇ ਅਫਗਾਨ ਅਨੁਵਾਦਕ ਮੌਜੂਦ ਹਨ। ਮੈਕਾਲ ਨੇ ਕਿਹਾ ਕਿ ਅੱਜ ਤਾਲਿਬਾਨ ਨੇ ਉਹਨਾਂ ਨੂੰ ਬੰਦਕ ਬਣਾ ਕੇ ਰੱਖਿਆ। ਮਜ਼ਾਰੇ ਸ਼ਰੀਫ ਹਵਾਈ ਅੱਡੇ ਤੇ ਇੱਕ ਕਰਮਚਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵੱਲੋਂ ਚਾਰਟਰ ਕੀਤੇ ਗਏ ਕਈ ਜਹਾਜ਼ ਹਵਾਈ ਅੱਡੇ ਤੇ ਮੌਜੂਦ ਨੇ। ਤਾਲਿਬਾਨ ਨੇ ਉਹਨਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਯਾਤਰੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਾ ਚਾਹੁੰਦੇ ਨੇ। ਮੈਕਾਲ ਨੇ ਫੌਕਸ ਨਿਊਜ਼ ਅੰਡੇ ਤੇ ਕਿਹਾ ਹੈ ਕਿ ਤਾਲਿਬਾਨ ਨੇ ਮੰਗਾਂ ਰੱਖੀਆਂ ਹਨ। ਇਸ ਦੇ ਬਾਰੇ ਚ ਉਹਨਾਂ ਨੇ ਵਿਸਤਾਰ ਨਾਲ ਨਹੀਂ ਦੱਸਿਆ, ਪਰ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਲਿਬਾਨ ਹੋਰ ਮੰਗਾਂ ਕਰ ਸਕਦਾ ਹੈ। ਕਦੇ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਰਹੇ ਅਮਰੁੱਲਾ ਸਾਲੇਹ ਇਨੀ ਦਿਨੀ ਆਪਣੇ ਦੇਸ਼ ਦੇ ਆਤਮ ਸਨਮਾਨ ਲਈ ਲੜ ਰਹੇ ਹਨ। ਉਹ ਪੰਜਸ਼ੀਰ ਘਾਟੀ 'ਚ ਤਾਲਿਬਾਨ ਲੜਾਕਿਆਂ ਦੇ ਵਿਰੋਧੀ ਦਲਾਂ ਨਾਰਦਰਨ ਅਲਾਇੰਸ ਦੀ ਅਗਵਾਈ ਕਰ ਰਹੇ ਨੇ। ਸੋਲਾਹ ਨੇ ਬ੍ਰਿਟਿਸ਼ ਅਖਬਾਰ ਡੇਲੀ ਮੇਲ ਵਿੱਚ ਇੱਕ ਲੇਖ ਲਿਖਿਆ। ਸੋਲਾਹ ਨੇ ਲਿਖਿਆ ਕਿ ਜੇਕਰ ਪੰਜਸ਼ੀਰ ਵਿੱਚ ਲੜਾਈ ਦੌਰਾਨ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਆਪਣੇ ਗਾਰਡਸ ਨੂੰ ਖਾਸ ਨਿਰਦੇਸ਼ ਦਿੱਤਾ ਹੈ। ਉਹਨਾਂ ਨੂੰ ਕਿਹਾ ਗਿਆ ਹੈ ਕਿ ਅਜਿਹਾ ਹੋਣ ਤੇ ਉਹ ਮੇਰੇ ਸਿਰ 'ਚ 2 ਗੋਲੀਆਂ ਮਾਰ ਦੇਵੇ, ਕਿਉਂਕਿ ਮੈਂ ਤਾਲਿਬਾਨ ਦੇ ਸਾਹਮਣੇ ਆਤਮ ਸਮਰਪਣ ਨਹੀਂ ਕਰਨਾ ਚਾਹੁੰਦਾ। ਤਾਲਿਬਾਨ ਦਾ ਕਾਬੁਲ ਵਿੱਚ ਕਬਜ਼ਾ ਹੋਣ ਤੋਂ ਪਹਿਲਾਂ ਆਪਣੇ ਪੰਜਸ਼ੀਰ ਪੁੱਜਣ ਬਾਰੇ ਸਾਲੇਹ ਨੇ ਲਿਖਿਆ ਕਿ ਉਹ 2 ਫੌਜੀ ਵਾਹਨਾਂ ਅਤੇ 2 ਪਿਕਅਪ ਟਰੱਕਾਂ ਰਾਹੀਂ ਉੱਥੋਂ ਲਈ ਨਿਕਲੇ। ਇਨ੍ਹਾਂ ਟਰੱਕਾਂ ਤੇ ਬੰਦੂਕਾਂ ਲੱਗੀਆਂ ਹੋਈਆਂ ਸਨ। ਪੰਜਸ਼ੀਰ ਜਾਂਦੇ ਸਮੇਂ ਰਸਤੇ ਵਿੱਚ 2 ਵਾਰ ਇਸ ਕਾਨਵੇਈ ਤੇ ਹਮਲਾ ਹੋਇਆ, ਪਰ ਅਸੀਂ ਲੋਕ ਬਚ ਗਏ। ਅਸੀਂ ਬਹੁਤ ਮੁਸ਼ਕਿਲ ਤੋਂ ਬਾਅਦ ਨਾਰਦਰਨ ਪਾਸ ਕਰ ਦਿੱਤਾ ਹੈ। ਇੱਥੇ ਕਈ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਨੇ। ਹਰ ਪਾਸੇ ਠੱਗ, ਚੋਰਾਂ ਅਤੇ ਤਾਲਿਬਾਨ ਦਾ ਰਾਜ ਸੀ। ਅਸੀਂ ਬਹੁਤ ਮੁਸ਼ਕਿਲ ਨਾਲ ਇਹ ਰਸਤਾ ਪਾਰ ਕੀਤਾ। ਸਾਲੇਹ ਨੇ ਅੱਗੇ ਲਿਖਿਆ ਹੈ ਕਿ ਜਦੋਂ ਪੰਜਸ਼ੀਰ ਪਹੁੰਚ ਗਏ ਤਾਂ ਉਹਨਾਂ ਨੂੰ ਸੁਨੇਹਾ ਮਿਲਿਆ ਕਿ ਭਾਈਚਾਰੇ ਦੇ ਬਜ਼ੁਰਗ ਮਸਜਿਦ ਵਿੱਚ ਇਕੱਠੇ ਹਨ। ਮੈਂ ਉੱਥੇ ਪੁੱਜਾ ਤੇ ਉਹਨਾਂ ਨਾਲ ਲਗਭਗ 1 ਘੰਟੇ ਤੱਕ ਗੱਲ ਕੀਤੀ। ਇਸ ਤੋਂ ਬਾਅਦ ਉਹਨਾਂ ਚੋਂ ਹਰੇਕ ਸਾਡਾ ਸਮਰਥਨ ਕਰਨ ਲਈ ਤਿਆਰ ਸੀ। ਉਹਨਾਂ ਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਪੰਜਸ਼ੀਰ ਇੱਕ ਟੂਰਿਸਟ ਡੈਸਟੀਨੇਸ਼ਨ ਸੀ। ਇੱਥੇ ਸਾਡੇ ਕੋਲ ਨਾ ਤਾਂ ਕੋਈ ਮਿਲਟਰੀ ਉਪਕਰਨ ਸਨ ਅਤੇ ਨਾ ਹੀ ਹਥਿਆਰ, ਪਰ ਮੈਂ ਉੱਥੇ ਅਹਿਮਦ ਮਸੂਦ ਦੇ ਨਾਲ ਮਿਲ ਕੇ ਲੜਾਈ ਦੀ ਰਣਨੀਤੀ ਬਣਾਈ ਅਤੇ ਅਜੇ ਤੱਕ ਸਭ ਠੀਕ ਚੱਲ ਰਿਹਾ ਹੈ। ਉੱਤਰੀ ਲੇਕਲੈਂਡ ਫਲੋਰੀਡਾ ਵਿੱਚ ਇੱਕ ਹਮਲਾਵਰ ਵੱਲੋਂ ਕੀਤੀ ਗੋਲਾਬਾਰੀ ਵਿੱਚ ਇੱਕ ਬੱਚਾ, 2 ਔਰਤਾਂ ਤੇ ਇੱਕ ਵਿਅਕਤੀ ਮਾਰਿਆ ਗਿਆ, ਜਦਕਿ ਇੱਕ 11 ਸਾਲਾਂ ਦੀ ਲੜਕੀ ਗੰਭੀਰ ਜ਼ਖਮੀ ਹੋ ਗਈ। ਪੁਲਿਸ ਦੀ ਕਾਰਵਾਈ ਦੌਰਾਨ ਜ਼ਖਮੀ ਹੋਣ ਉਪਰੰਤ ਹਮਲਾਵਰ ਨੇ ਆਤਮ ਸਮਰਪਣ ਕਰ ਦਿੱਤਾ। ਪੋਲਕ ਕਾਉਂਟੀ ਦੇ ਸ਼ੈਰਿਫ ਗ੍ਰਾਡੀ ਜੂਡ ਨੇ ਕਿਹਾ ਹੈ ਕਿ ਗੋਲਾਬਾਰੀ ਤੜਕਸਾਰ 4:30 ਵਜੇ ਇੱਕ ਘਰ ਵਿੱਚ ਹੋਈ। ਸ਼ੱਕੀ ਹਮਲਾਵਰ ਦੀ ਪਛਾਣ 33 ਸਾਲਾ ਬ੍ਰਾਇਨ ਰੀਲੇ ਵਜੋਂ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰਨ ਉਪਰੰਤ ਪੁਲਿਸ ਨੇ ਘਰ ਵਿੱਚੋਂ ਇੱਕ 3 ਸਾਲਾਂ ਦੇ ਬੱਚੇ, ਇੱਕ ਵਿਅਕਤੀ ਤੇ
2 ਔਰਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਮੌਕੇ ਤੋਂ ਮਿਲੇ ਇੱਕ 11 ਸਾਲਾ ਲੜਕੀ ਜਿਸ ਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜੂੜ ਨੇ ਦੱਸਿਆ ਕਿ ਰੀਲੇ ਸਾਬਕਾ ਫੌਜੀ ਹੈ ਜੋ ਇਰਾਕ ਤੇ ਅਫਗਾਨਿਸਤਾਨ ਵਿੱਚ ਤਾਇਨਾਤ ਰਿਹਾ। ਉਸਨੇ 4 ਸਾਲ ਫੌਜ ਵਿੱਚ ਨੌਕਰੀ ਕੀਤੀ ਤੇ ਉਸ ਨੂੰ ਸਨਮਾਨ ਸਾਹਿਤ ਸੇਵਾ ਮੁਕਤ ਕੀਤਾ ਗਿਆ ਸੀ। ਬਾਅਦ ਵਿੱਚ 3 ਸਾਲ ਉਸਨੇ ਰਿਜ਼ਰਵ ਸੈਨਿਕ ਵਜੋਂ ਨੌਕਰੀ ਕੀਤੀ। ਰੀਲੇ ਦੀ ਮਿੱਤਰ ਕੁੜੀ ਅਨੁਸਾਰ ਉਹ ਕਦੀ-ਕਦੀ ਪਰੇਸ਼ਾਨ ਜ਼ਰੂਰ ਹੋ ਜਾਂਦਾ ਸੀ ਪਰ ਉਹ ਕਦੇ ਵੀ ਹਿੰਸਕ ਨਹੀਂ ਹੋਇਆ ਸੀ। ਉਹ ਆਰਲੈਂਡ ਵਿੱਚ ਇੱਕ ਚਰਚ ਵਿੱਚ ਸਿਕਿਉਰਿਟੀ ਅਫਸਰ ਵਜੋਂ ਤਾਇਨਾਤ ਸੀ ਤੇ ਹਫ਼ਤਾ ਪਹਿਲਾਂ ਘਰ ਆਇਆ ਸੀ। ਉਹ ਕਹਿੰਦਾ ਸੀ ਕਿ ਉਹ ਰੱਬ ਨਾਲ ਸਿੱਧੀ ਗੱਲਬਾਤ ਕਰ ਸਕਦਾ ਹੈ। ਉਸਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਵੀ ਕਿਹਾ ਕਿ ਨਾਲ ਲੱਗਦੇ ਘਰ ਵਿੱਚ ਰਹਿੰਦੀ ਕੁੜੀ ਆਤਮ ਹੱਤਿਆ ਕਰਨ ਵਾਲੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮ੍ਰਿਤਕਾਂ ਦੇ ਨਾਂ ਨਸ਼ਰ ਨਹੀਂ ਕੀਤੇ ਹਨ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ 3 ਹਫ਼ਤੇ ਬਾਅਦ ਵੀ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਨਹੀਂ ਹੋ ਸਕਿਆ। ਸਰਕਾਰ ਵਿੱਚ ਹਿੱਸੇਦਾਰੀ ਨੂੰ ਲੈ ਕੇ ਤਾਲਿਬਾਨ ਦੇ ਵੱਖ-ਵੱਖ ਧੜਿਆਂ ਵਿਚਾਲੇ ਸੰਘਰਸ਼ ਛਿੜ ਗਿਆ ਹੈ। ਤਾਲਿਬਾਨ ਤੇ ਹੱਕਾਨੀ ਨੈਟਵਰਕ ਆਮੋ ਸਾਹਮਣੇ ਆ ਗਏ ਨੇ। ਇਹਨਾਂ ਦੋਵਾਂ ਵਿਚਾਲੇ ਗੋਲਾਬਾਰੀ ਵੀ ਹੋਈ ਹੈ ਜਿਸ ਵਿੱਚ ਤਾਲਿਬਾਨ ਦੇ ਦੂਜੇ ਨੰਬਰ ਤੇ ਆਗੂ ਤੇ ਨਵੀਂ ਸਰਕਾਰ ਦਾ ਮੁਖੀ ਦੱਸੇ ਜਾ ਰਹੇ ਮੁੱਲਾ ਅਬਦੁਲ ਗਨੀ ਬਰਾਦਰ ਨੂੰ ਗੋਲੀ ਲੱਗੀ ਹੈ ਤੇ ਅਫਗਾਨਿਸਤਾਨ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਮਾਮਲਾ ਸੁਲਝਾਉਣ ਲਈ ਹੀ ਪਾਕਿਸਤਾਨ ਦੀ ਨਾਮ ਖੂਫੀਆ ਏਜੰਸੀ ISI ਦਾ ਮੁਖੀ ਫੈਜ਼ ਹਾਮਿਦ ਕਾਬਲ ਪੁੱਜਾ ਹੈ। ਪੈਂਟਾਗਨ ਦੇ ਸਾਬਕਾ ਅਧਿਕਾਰੀ ਰਹੇ ਸੁਰੱਖਿਆ ਮਾਮਲਿਆਂ ਦੇ ਮਾਹਿਰ ਮਾਈਕ ਰੋਬਿਨ ਮੁਤਾਬਕ ਹੱਕਾਨੀ ਨੈਟਵਰਕ ਸਮੇਤ ਤਾਲਿਬਾਨ ਦੇ ਵੱਖ-ਵੱਖ ਧੜਿਆਂ ਨੇ ਹਿਬਾਤੁੱਲਾ ਖੁੰਦਜ਼ਾਦਾ ਨੂੰ ਆਪਣਾ ਆਗੂ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਜਦਕਿ ਤਾਲਿਬਾਨ ਨੇ 2 ਦਿਨ ਪਹਿਲਾਂ ਹੀ ਕਿਹਾ ਸੀ ਕਿ ਅਖੁੰਦਜ਼ਾਦਾ ਇਸਲਾਮਿਕ ਅਮੀਰਾਤ ਦੇ ਸਰਵਉੱਚ ਆਗੂ ਹੋਣਗੇ ਤੇ ਉਹਨਾਂ ਦੇ ਮਾਤ ਹਿੱਤ ਹੀ ਨਵੀਂ ਸਰਕਾਰ ਕੰਮ ਕਰੇਗੀ। ਰੋਬਿਨ ਕਹਿੰਦੇ ਹਨ ਕਿ ਤਾਲਿਬਾਨ ਨੇ ਪਹਿਲਾਂ 3 ਸਤੰਬਰ ਨੂੰ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਇਸ ਦਾ ਐਲਾਨ ਨਹੀਂ ਕੀਤਾ ਜਾ ਸਕਿਆ। ਦੇਰੀ ਦਾ ਕਾਰਨ ਸਰਕਾਰ 'ਚ ਹਿੱਸੇਦਾਰੀ ਨੂੰ ਲੈ ਕੇ ਵੱਖ-ਵੱਖ ਧੜਿਆਂ ਵਿਚਾਲੇ ਗੰਭੀਰ ਮਤਭੇਦ ਦੱਸੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਮਤਭੇਦਾਂ ਨੂੰ ਸੁਲਝਾਉਣ ਲਈ ISI ਲਈ ਵੀ ਆਸਾਨ ਨਹੀਂ ਹੋਵੇਗਾ। ਅਮਰੀਕਾ ਦੇ ਸਾਨ ਡਿਏਗੋ ਵਿੱਚ ਨੇਵੀ ਦੇ ਇੱਕ ਹੈਲੀਕਾਪਟਰ ਦੇ ਪਿਛਲੇ ਦਿਨੀ ਹਾਦਸਾਗ੍ਰਸਤ ਹੋ ਕੇ ਸਮੁੰਦਰ ਵਿੱਚ ਡਿੱਗਣ ਤੋਂ ਬਾਅਦ ਜਹਾਜ਼ ਵਿੱਚ ਸਵਾਰ ਨੇਵੀ ਦੇ 5 ਸੇਲਰ ਲਾਪਤਾ ਹੋ ਗਏ ਸਨ ਜਿਨ੍ਹਾਂ ਦੀ ਭਾਲ ਵਿੱਚ ਤਲਾਸ਼ ਅਭਿਆਨ ਵੀ ਚਲਾਏ ਗਏ ਸਨ ਪਰ ਹੁਣ ਅਮਰੀਕੀ ਜਲ ਸੈਨਾ ਦੁਆਰਾ ਇਹਨਾਂ ਲਾਪਤਾ ਹੋਏ 5 ਅਧਿਕਾਰੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਹਨਾਂ ਮ੍ਰਿਤਕ ਸੇਲਰਾਂ ਦੇ ਨਾਮ ਫਿਲਹਾਲ ਉਹਨਾਂ ਦੇ ਪਰਿਵਾਰ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਤੱਕ ਜਨਤਕ ਹੋਣ ਤੋਂ ਰੋਕੇ ਗਏ ਹਨ। ਜਲ ਸੈਨਾ ਦੇ ਅਨੁਸਾਰ ਇਸ ਸੰਬੰਧੀ ਕਾਰਵਾਈ ਹੁਣ ਖੋਜ ਅਤੇ ਬਚਾਅ ਤੋਂ ਰਿਕਵਰੀ ਦੇ ਯਤਨਾਂ 'ਚ ਤਬਦੀਲੀ ਹੋ ਗਈ ਹੈ। ਅਮਰੀਕੀ ਨੇਵੀ ਦਾ MH-603 ਸੀ ਹੌਕ ਹੈਲੀਕਾਪਟਰ ਮੰਗਲਵਾਰ ਦੁਪਹਿਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਸੀ। ਜਲ ਸੈਨਾ ਦੇ ਅਨੁਸਾਰ ਸੇਲਰਾਂ ਲਈ ਖੋਜ ਅਤੇ ਬਚਾਅ ਕਾਰਜਾਂ ਵਿੱਚ 72 ਘੰਟਿਆਂ ਤੋਂ ਵੱਧ ਦਾ ਸਮਾਂ ਸ਼ਾਮਲ ਹੈ ਜਿਸ ਵਿੱਚ ਹੈਲੀਕਾਪਟਰਾਂ ਅਤੇ ਕਈ ਸਮੁੰਦਰੀ ਕਿਸ਼ਤੀਆਂ ਦੇ ਯਤਨ ਸ਼ਾਮਲ ਹਨ। ਸੀਰੀਆ, ਮਿਆਂਮਾਰ ਅਤੇ ਅਫਗਾਨਿਸਤਾਨ ਜਿਹੇ ਦੇਸ਼ਾਂ ਦੀ ਮੌਜੂਦਾ ਸ਼ਰਨਾਰਥੀ ਸਮੱਸਿਆ ਦਾ ਇੱਕ ਘਿਨਾਉਣਾ ਰੂਪ ਨਿਊਜ਼ੀਲੈਂਡ ਵਿੱਚ IS ਤੋਂ ਪ੍ਰੇਰਿਤ ਅੱਤਵਾਦੀ ਵੱਲੋਂ ਚਾਕੂਬਾਜ਼ੀ ਦੀ ਘਟਨਾ ਦੇ ਤੌਰ ਤੇ ਸਾਹਮਣੇ ਆਇਆ। ਆਕਲੈਂਡ ਵਿੱਚ ਪਿਛਲੇ ਹਫ਼ਤੇ 7 ਲੋਕਾਂ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। IS ਅੱਤਵਾਦੀ ਅਹਿਮਦ ਆਤਲ ਮੁਹੰਮਦ ਮਸੂਦੀਨ ਅਸਲ ਵਿੱਚ ਸ਼੍ਰੀਲੰਕਾ ਤੋਂ ਆਇਆ ਇੱਕ ਤਾਮਿਲ ਮੁਸਲਮਾਨ ਸੀ। IS ਅੱਤਵਾਦੀ ਆਤਲ ਮੁਹੰਮਦ 10 ਸਾਲ ਪਹਿਲਾਂ ਵਿਦਿਆਰਥੀ ਵੀਜ਼ਾ ਤੇ ਸ਼ਰਨਾਰਥੀ ਦੇ ਤੌਰ ਤੇ ਨਿਊਜ਼ੀਲੈਂਡ ਆਇਆ ਸੀ। ਉਸ ਨੂੰ ਨਿਊਜ਼ੀਲੈਂਡ ਨੇ ਸ਼ਰਨਾਰਥੀ ਦਾ ਦਰਜਾ 2013 ਵਿੱਚ ਦਿੱਤਾ ਸੀ। ਸ਼ਮਸੂਦੀਨ ਤੇ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਨਜ਼ਰ ਉਦੋਂ ਤੋਂ ਪਈ ਜਦੋਂ ਉਸਨੇ ਇੰਟਰਨੈਟ ਮੀਡੀਆ ਵਿੱਚ ਫੇਸਬੁੱਕ ਤੇ ਆਤਮਘਾਤੀ ਅੱਤਵਾਦੀ ਹਮਲਿਆਂ ਪ੍ਰਤੀ ਆਪਣੀ ਹਮਦਰਦੀ ਜਤਾਈ ਸੀ। ਬਾਅਦ ਵਿੱਚ ਪਤਾ ਚੱਲਿਆ ਕਿ ਉਸਨੇ ਸਾਜ਼ਿਸ਼ ਰਚ ਕੇ ਸ਼ਰਨਾਰਥੀ ਦਾ ਦਰਜਾ ਹਾਸਲ ਕੀਤਾ ਸੀ। ਉਸਨੂੰ ਜਾਣਬੁੱਝ ਕੇ ਨਿਊਜ਼ੀਲੈਂਡ ਵਿੱਚ ਅੱਤਵਾਦ ਫੈਲਾਉਣ ਲਈ ਭੇਜਿਆ ਗਿਆ ਸੀ। 2018 ਵਿੱਚ ਸ਼ਮਸੂਦੀਨ ਨੇ ਇਸਲਾਮਿਕ ਸਟੇਟ ਦੇ ਵੀਡੀਓ ਅਤੇ ਚਾਕੂਆਂ ਨਾਲ ਮਿਲਣ ਤੇ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਅਤੇ ਅਗਲੇ ਸਾਲ ਅਧਿਕਾਰੀਆਂ ਦੁਆਰਾ ਧੋਖਾਧੜੀ ਦੇ ਸਬੂਤ ਮਿਲਣ ਤੋਂ ਬਾਅਦ ਉਸਦੇ ਸ਼ਰਨਾਰਥੀ ਦਰਜੇ ਨੂੰ ਰੱਦ ਕਰ ਦਿੱਤਾ ਗਿਆ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਕਿਹਾ ਹੈ ਕਿ ਉਹਨਾਂ ਨੇ ਜੁਲਾਈ ਵਿੱਚ ਅਧਿਕਾਰੀਆਂ ਨਾਲ ਖੁਦ ਗੱਲ ਕੀਤੀ ਸੀ ਜਿਸ ਵਿੱਚ ਜਾਣਕਾਰੀ ਲਈ ਗਈ ਸੀ ਕਿ ਕਾਨੂੰਨ ਦੇ ਦਾਇਰੇ ਵਿੱਚ ਅਜਿਹੇ ਵਿਅਕਤੀ ਨੂੰ ਕੋਈ ਛੋਟ ਮਿਲ ਸਕਦੀ ਹੈ ਜਿਸ ਨੇ ਧੋਖਾਧੜੀ ਕਰਕੇ ਸ਼ਰਨਾਰਥੀ ਦਰਜਾ ਹਾਸਲ ਕੀਤਾ ਹੋਵੇ ਅਤੇ ਸਾਡੀ ਕੌਮੀ ਸੁਰੱਖਿਆ ਲਈ ਖਤਰਾ ਬਣ ਗਿਆ ਹੋਵੇ। ਉਹਨਾਂ ਨੇ ਕਿਹਾ ਕਿ ਇਹ ਪ੍ਰਕਿਰਿਆ ਬਹੁਤ ਨਿਰਾਸ਼ਾਜਨਕ ਹੈ। ਅਮਰੀਕਾ ਵਿੱਚ ਇੱਕ ਤੋਂ ਬਾਅਦ ਇੱਕ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਐਕਸੀਡੈਂਟਾਂ ਦੌਰਾਨ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। 4 ਸਤੰਬਰ ਨੂੰ ਬਲਮਿੰਗਟਨ, ਕੈਲੀਫੋਰਨੀਆ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਵੰਤ ਸਿੰਘ ਦੀ ਅਮਰੀਕਾ ਦੀ ਮਸੂਰੀ ਸਟੇਟ ਵਿੱਚ ਇੱਕ ਟਰੱਕ ਦੁਰਘਟਨਾ ਵਿੱਚ ਹੋਈ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ। ਜਾਣਕਾਰੀ ਮੁਤਾਬਕ ਘਟਨਾ ਪਹਿਰ ਦੇ ਤੜਕੇ ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ ਵਾਪਰੀ ਐਕਸੀਡੈਂਟ ਸਮੇਂ ਸਵਰਗੀ ਜਸਵੰਤ ਸਿੰਘ ਪਿੱਛੇ ਬੈੱਡ ਤੇ ਸੌ ਰਿਹਾ ਸੀ ਤੇ ਟੀਮ ਡਰਾਈਵਰ ਟਰੱਕ ਚਲਾ ਰਿਹਾ ਸੀ। ਦੁਰਘਟਨਾ ਵਿੱਚ ਟੀਮ ਡਰਾਈਵਰ ਦੀ ਸਖਤ
ਜ਼ਖਮੀ ਹੋਇਆ ਦੱਸਿਆ ਜਾ ਰਿਹਾ। ਸਵਰਗੀ ਜਸਵੰਤ ਸਿੰਘ 3 ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ ਤੇ ਇੱਥੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਇਕੱਲਾ ਰਹਿ ਕੇ ਸਖਤ ਮਿਹਨਤ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਸਵਰਗੀ ਜਸਵੰਤ ਸਿੰਘ ਮਮਦੋਟ ਦੇ ਪਿੰਡ ਲਖਮਮੀਰ ਤੇ ਉਤਾੜ ਪੱਟੀਆਂ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ। ਸਵਰਗੀ ਜਸਵੰਤ ਸਿੰਘ ਦੇ ਪਿਤਾ ਤੇਜਾ ਸਿੰਘ ਵੀ 2001 ਵਿੱਚ ਚੜ੍ਹਾਈ ਕਰ ਗਏ ਸਨ। ਇਸ ਸਮੇਂ ਪੰਜਾਬ ਵਿੱਚ ਮਾਤਾ ਕਸ਼ਮੀਰ ਕੌਰ ਪੁੱਤ ਦੀ ਮੌਤ ਕਾਰਨ ਗਹਿਰੇ ਸਦਮੇ 'ਚ ਹੈ। ਦੱਖਣੀ ਅਫਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਮਾਮਲੇ ਨੇ ਇੱਕ ਵਾਰ ਮੁੜ ਤੋਂ ਹਿੰਸਾ ਦਾ ਰੂਪ ਲੈ ਲਿਆ। ਫਿਨਿਕਸ ਸ਼ਹਿਰ ਵਿੱਚ ਭਾਰਤੀਆਂ ਅਤੇ ਅਫਰੀਕੀ ਕਾਲਿਆਂ ਦੇ ਵਿਚਕਾਰ ਹਿੰਸਕ ਝੜਪਾਂ ਹੋਈਆਂ, ਜਿਸ ਵਿੱਚ 10 ਤੋਂ ਜ਼ਿਆਦਾ ਅਫਰੀਕੀ ਮਾਰੇ ਗਏ। ਦਰਅਸਲ ਅਫਰੀਕੀਆਂ ਦੀ ਭੜਕੀ ਹੋਈ ਭੀੜ ਨੇ ਭਾਰਤੀਆਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਘਰਾਂ ਅਤੇ ਗੱਡੀਆਂ ਨੂੰ ਅੱਗ ਲਾ ਦਿੱਤੀ। ਜਵਾਬ ਵਿੱਚ ਭਾਰਤੀਆਂ ਨੇ ਬੈਟ, ਕੁਹਾੜੀ ਅਤੇ ਹਥੌੜੇ ਜਿਹੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਭਾਰਤੀਆਂ ਨੇ ਇੱਕ ਬੱਸ ਅਤੇ ਟੈਕਸੀ ਨੂੰ ਰੋਕ ਕੇ ਉਸ ਵਿੱਚ ਬੈਠੇ ਕਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ। ਮਾਰਕੁੱਟ ਇੰਨੀ ਭਿਆਨਕ ਸੀ ਕਿ ਮਾਰ ਖਾਣ ਵਾਲੇ 10 ਤੋਂ ਜ਼ਿਆਦਾ ਲੋਕਾਂ ਨੇ ਦਮ ਤੋੜ ਦਿੱਤਾ। ਇੰਨਾ ਹੀ ਨਹੀਂ, ਭਾਰਤੀਆਂ ਦੇ ਸਮੂਹ ਨੇ ਤਣਾਅਗ੍ਰਸਤ ਹੋ ਕੇ ਫਿਨਿਕਸ ਦੀ ਸੜਕਾਂ ਨੂੰ ਬੰਦ ਕਰ ਦਿੱਤਾ। ਉਹ ਅਫਰੀਕੀ ਲੋਕਾਂ ਨੂੰ ਲੱਭ ਕੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਲੱਗੇ ਨੇ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਆਗਾਮੀ ਦਿਨਾਂ ਵਿੱਚ ਅਫਰੀਕੀ ਭਾਰਤੀਆਂ ਤੇ ਹਮਲਾ ਕਰ ਸਕਦੇ ਨੇ। ਉਹਨਾਂ ਦਾ ਮਕਸਦ ਸਿਰਫ ਭਾਰਤੀਆਂ ਨੂੰ ਲੁੱਟਣਾ ਹੀ ਹੋਵੇਗਾ। ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਕਾਰਨ ਲਗਭਗ ਸਾਰੇ ਦੇਸ਼ਾਂ ਦੇ ਹਵਾਈ ਅੱਡੇ ਬੇਰੌਣਕ ਹੋ ਕੇ ਰਹਿ ਗਏ ਨੇ। ਹਵਾਈ ਅੱਡੇ ਆਪਣੇ ਯਾਤਰੀਆਂ ਨੂੰ ਆਵਾਜ਼ਾਂ ਮਾਰਦੇ ਵਿਖਾਈ ਦਿੰਦੇ ਨੇ। ਜਦੋਂ ਵੀ ਸਮਾਂ ਬਣਦਾ ਸਾਡੇ ਦੇਸ਼ ਆਓ, ਸਾਡੇ ਹਵਾਈ ਅੱਡੇ ਦੀ ਖੂਬਸੂਰਤੀ ਵੇਖਣ ਆਓ। ਦੁਨੀਆ ਦਾ ਇੱਕ ਬਿਹਤਰੀਨ ਹਵਾਈ ਅੱਡਾ ਚਾਂਗੀ ਏਅਰਪੋਰਟ ਇਸ ਵੇਲੇ ਨਿਊਜ਼ੀਲੈਂਡਰਾਂ ਨੂੰ ਬਹੁਤ ਸ਼ਿੱਦਤ ਨਾਲ ਯਾਦ ਕਰ ਰਿਹਾ ਹੈ। ਇਸ ਸੰਬੰਧੀ ਉਹਨਾਂ ਫੇਸਬੁੱਕ ਉੱਤੇ ਪੋਸਟ ਵੀ ਪਾਈ ਹੈ। 1981 ਤੋਂ ਵਿਸ਼ਵ ਭਰ ਦੇ ਜਹਾਜ਼ਾਂ ਲਈ ਲਿਸ਼ਕ ਦੇ ਰਨਵੇ ਖੋਲਣ ਵਾਲਾ ਇਹ ਹਵਾਈ ਅੱਡਾ ਆਪਣੀ 40ਵੀਂ ਸਾਲਗਿਰਾ ਮਨਾ ਰਿਹਾ ਹੈ। 1959 ਦੇ ਵਿੱਚ ਇੱਥੇ ਪਾਇਆ ਲੇਵਰ ਹਵਾਈ ਅੱਡੇ ਉੱਤੇ ਪਹਿਲੀ ਅੰਤਰਰਾਸ਼ਟਰੀ ਉਡਾਨ ਦੀ ਪਹੁੰਚ ਸੀ। ਇਹ ਅੱਡਾ ਹੁਣ ਤੱਕ 40 ਕੁਤਾਹੀ ਮੁਕਤ ਉਡਾਣਾਂ ਦਾ ਐਵਾਰਡ ਵੀ ਹਾਸਲ ਕਰ ਚੁੱਕਾ ਹੈ ਤੇ ਇਸ ਨੂੰ ਇਲਾਵਾ ਹਵਾਈ ਅੱਡਿਆਂ ਨੂੰ ਮਿਲਣ ਵਾਲੇ ਸਾਰੇ ਐਵਾਰਡਾਂ ਦੇ ਵਿੱਚੋਂ ਮੋਹਰੀ ਵੀ ਰਿਹਾ ਹੈ। 40ਵੀਂ ਸਾਲਗਿਰਾ ਸੰਬੰਧੀ ਹਵਾਈ ਅੱਡੇ ਅੰਦਰ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਸੈਰ ਸਪਾਟਾ ਥਾਵਾਂ ਨੂੰ ਆਧਾਰ ਬਣਾਇਆ ਗਿਆ। ਪ੍ਰਦਰਸ਼ਨੀ ਵੇਖਣ ਵਾਸਤੇ ਕਾਰਾਂ ਪਾਰਕਿੰਗ ਵੀ ਫ੍ਰੀ ਕੀਤੀ ਗਈ ਹੈ ਤਾਂ ਕਿ ਲੋਕ ਏਅਰਪੋਰਟ ਆਉਣਾ ਸੌਖਾ ਮਹਿਸੂਸ ਕਰ ਸਕਣ। ਸਿੰਗਾਪੁਰ 에ਅਰਲਾਈਨ ਕੋਲ ਇਸ ਵੇਲੇ 160 ਦੇ ਕਰੀਬ ਛੋਟੇ ਵੱਡੇ ਜਹਾਜ਼ ਨੇ। ਬਰਤਾਨਵੀ ਰਾਜਧਾਨੀ ਲੰਡਨ ਵਿੱਚ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਲੱਖਾਂ ਲੋਕ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ। ਇਸ ਸੰਬੰਧ ਵਿੱਚ ਜਾਰੀ ਹੋਏ ਅਧਿਕਾਰਤ ਅੰਕੜਿਆਂ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜਧਾਨੀ ਲੰਡਨ ਵਿੱਚ 1 ਮਿਲੀਅਨ ਤੋਂ ਵੱਧ ਕੋਵਿਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ 11 ਫਰਵਰੀ ਤੋਂ ਲੰਡਨ ਵਿੱਚ ਤਕਰੀਬਨ 1,791 ਵਾਇਰਸ ਦੇ ਪੁਸ਼ਟੀ ਕੀਤੇ ਗਏ ਮਾਮਲੇ ਦਰਜ ਹੋਏ ਨੇ। ਲੰਡਨ ਵਾਇਰਸ ਦੇ ਮਾਮਲਿਆਂ 'ਚ ਹੋਰ ਖੇਤਰਾਂ ਨਾਲੋਂ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜਦਕਿ ਉੱਤਰ ਪੱਛਮ ਵਿੱਚ 9,48,782 ਕੇਸ ਹਨ ਅਤੇ ਦੱਖਣ ਪੂਰਬ ਵਿੱਚ 8,13,779 ਮਾਮਲੇ ਦਰਜ ਹੋਏ। ਇਸ ਤੋਂ ਇਲਾਵਾ ਲੰਡਨ ਵਿੱਚ 67% ਬਾਲਗ ਆਬਾਦੀ ਦਾ ਕਰੋਨਾ ਟੀਕਾਕਰਨ ਹੋਇਆ। ਨਿਊਜ਼ੀਲੈਂਡ ਸਰਕਾਰ ਦੀ ਕੈਬਨਿਟ ਮੀਟਿੰਗ ਨੇ ਫੈਸਲਾ ਕੀਤਾ ਹੈ ਕਿ ਆਕਲੈਂਡ ਦੇ ਬਾਹਰਵਾਰ, ਜਿੱਥੇ ਇਸ ਵੇਲੇ ਕਰੋਨਾ ਤਾਲਾਬੰਦੀ ਪੱਧਰ 3 ਚੱਲ ਰਿਹਾ ਸੀ, ਕੱਲ ਰਾਤ 12 ਵਜੇ ਤੋਂ ਉੱਥੇ ਹੁਣ ਕਰੋਨਾ ਤਾਲਾਬੰਦੀ 2 ਕਰ ਦਿੱਤਾ ਜਾਵੇਗਾ ਅਤੇ ਇਹ 14 ਸਤੰਬਰ ਤੱਕ ਜਾਰੀ ਰਹੇਗਾ। ਆਕਲੈਂਡ ਖੇਤਰ 14 ਸਤੰਬਰ ਤੱਕ ਅਜੇ ਕਰੋਨਾ ਤਾਲਾਬੰਦੀ ਪੱਧਰ 4 ਉੱਤੇ ਰਹੇਗਾ। ਤਾਲਾਬੰਦੀ ਪੱਧਰ 2 ਵਾਲੇ ਖੇਤਰ ਵਿੱਚ ਵੀਰਵਾਰ ਸਵੇਰ ਤੋਂ ਸਕੂਲ ਖੁੱਲ ਜਾਣਗੇ। ਅਗਲੇ ਸੋਮਵਾਰ ਇਸ ਤਾਲਾਬੰਦੀ ਦੇ ਪੱਧਰ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ, ਜਿਸ ਦੇ ਵਿੱਚ ਆਕਲੈਂਡ ਸੰਬੰਧੀ ਵੀ ਵਿਚਾਰ ਹੋਵੇਗੀ। ਤਾਲਾਬੰਦੀ ਪੱਧਰ ਵਿਸ਼ੇਸ਼ ਤੌਰ ਤੇ ਡੈਲਟਾ ਤਾਲਾਬੰਦੀ ਦੌਰਾਨ ਕੁਝ ਸ਼ਰਤਾਂ ਦੇ ਵਿੱਚ ਤਬਦੀਲੀ ਕੀਤੀ ਗਈ। ਇਸ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ 100 ਬੰਦੇ ਬਾਹਰੀ ਖੇਤਰ ਦੇ ਵਿੱਚ ਇਕੱਠ ਕਰ ਸਕਦੇ ਨੇ ਅਤੇ ਲਾਇਬ੍ਰੇਰੀਆਂ, ਜਿੰਮਾਂ ਅਤੇ ਸੁਪਰਮਾਰਕੀਟ ਦੇ ਵਿੱਚ 2 ਮੀਟਰ ਦਾ ਫਾਸਲਾ ਰੱਖਣਾ ਹੋਏਗਾ। ਇੰਡੋਰ ਸਮਾਗਮ ਦੇ ਲਈ 50 ਲੋਕਾਂ ਦਾ ਇਕੱਠ ਰਹੇਗਾ। ਜਨਤਕ ਥਾਵਾਂ ਉੱਤੇ ਫੇਸ ਮਾਸਕ ਪਹਿਨਣਾ ਹੋਏਗਾ। ਰੈਸਟੋਰੈਂਟਾਂ ਅਤੇ ਬਾਰਾਂ ਦੇ ਵਿੱਚ ਸਟਾਫ ਮਾਸਕ ਪਹਿਨਾਏਗਾ, ਜਦਕਿ ਗਾਹਕਾਂ ਨੂੰ ਛੋਟ ਹੋਏਗੀ। ਸਕੂਲ ਦੇ ਵਿੱਚ ਮਾਸਕ ਪਹਿਨਣ ਦੀ ਛੋਟ ਹੈ। 12 ਸਾਲ ਤੋਂ ਉੱਪਰ ਬੱਚੇ ਮਾਸਕ ਪਹਿਨਣ ਤਾਂ ਚੰਗਾ ਹੈ। ਕੋਵਿਡ ਟ੍ਰੇਸਰ ਸਕੈਨ ਕਰਨਾ ਜ਼ਰੂਰੀ ਹੋਵੇਗਾ ਜਾਂ ਇਸ ਬਾਰੇ ਵੀ ਲਿਖਤੀ ਜਾਣਕਾਰੀ ਜਨਤਕ ਸਥਾਨਾਂ ਉੱਤੇ ਭਰਨੀ ਹੋਵੇਗੀ। ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ ਕਮਿਊਨਿਟੀ ਨਾਲ ਸੰਬੰਧਿਤ ਪਿਛਲੇ 24 ਘੰਟਿਆਂ ਦੌਰਾਨ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਨੇ। ਕੁੱਲ ਕੇਸਾਂ ਦੀ ਗਿਣਤੀ ਹੁਣ 821 ਹੋ ਗਈ ਹੈ। ਕੁਝ ਲੋਕ ਠੀਕ ਹੋ ਕੇ ਘਰ ਜਾ ਚੁੱਕੇ ਨੇ ਅਤੇ ਇਸ ਵੇਲੇ ਕੁੱਲ 729 ਐਕਟਿਵ ਕੇਸ ਹਨ। ਅਫਗਾਨਿਸਤਾਨ ਤੋਂ ਆਖਰੀ ਜਹਾਜ਼ ਨਿਕਲੇ ਹੋਏ ਵੀ ਹਫ਼ਤਾ ਹੋ ਗਿਆ। ਇਸ ਕੌਮਾਂਤਰੀ ਉਥਲ-ਪੁਥਲ ਦੇ ਵਿੱਚ ਅਮਰੀਕਾ ਦੇ ਸਾਹਮਣੇ ਹੁਣ ਇੱਕ ਚੁਣੌਤੀ ਇਹ ਵੀ ਹੈ ਕਿ ਜਿਹੜੇ ਅਫਗਾਨੀ ਨਾਗਰਿਕਾਂ ਨੂੰ ਉਹ ਬਤੌਰ ਰਿਫਿਊਜੀ ਅਫਗਾਨਿਸਤਾਨ ਤੋਂ ਕੱਢ ਕੇ ਲਿਆਇਆ, ਉਹਨਾਂ ਨੂੰ ਕਿਵੇਂ ਵਸਾਏ। ਬਾਈਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਇਹਨਾਂ ਅਫਗਾਨੀ ਰਿਫਿਊਜੀਆਂ ਦੀ ਗਿਣਤੀ 80,000 ਤੋਂ ਜ਼ਿਆਦਾ ਹੈ। ਦੇਸ਼ ਵਿੱਚ ਵਸਣ ਤੋਂ ਪਹਿਲਾਂ ਇਹਨਾਂ ਰਿਫਿਊਜੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਲਈ ਪੈਂਟਾਗਨ ਦੇ 4 ਸੈਨਿਕ ਬੇਸ ਤੋਂ ਇਲਾਵਾ ਕੁਝ ਹੋਰ ਜਗ੍ਹਾ ਨੂੰ ਵੀ ਤਿਆਰ ਕੀਤਾ ਗਿਆ। ਇਸ ਜਾਂਚ ਤੋਂ ਬਾਅਦ ਹੀ ਉਹਨਾਂ ਸਪੈਸ਼ਲ ਇਮੀਗ੍ਰੈਂਟ
ਵੀਜ਼ਾ ਦਿੱਤਾ ਜਾ ਰਿਹਾ। ਕੁਝ ਲੋਕ ਅਜਿਹੇ ਵੀ ਨੇ ਜੋ ਜਾਂਚ ਵਿੱਚ ਸਹੀ ਪਾਏ ਜਾਣ ਤੋਂ ਬਾਅਦ ਵੀ ਵੀਜ਼ੇ ਦੀ ਸ਼ਰਤਾਂ ਪੂਰੀਆਂ ਨਹੀਂ ਕਰ ਪਾਉਂਦੇ। ਇਹਨਾਂ ਮਨੁੱਖਤਾ ਦੇ ਆਧਾਰ ਤੇ ਪੈਰੋਲ ਦੇ ਕੇ ਦੇਸ਼ ਵਿੱਚ ਐਂਟਰ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ। ਬਾਈਡਨ ਪ੍ਰਸ਼ਾਸਨ ਦੇ ਅਧਿਕਾਰੀ ਕਹਿੰਦੇ ਨੇ ਕਿ ਅਫਗਾਨਿਸਤਾਨ ਤੋਂ ਜੋ ਲੋਕ ਅਮਰੀਕਾ ਪੁੱਜ ਰਹੇ ਨੇ ਉਹ ਪਹਿਲਾਂ ਸੈਨਿਕ ਬੇਸ ਤੇ ਰੱਖਿਆ ਜਾ ਰਿਹਾ। ਉਹਨਾਂ ਨੂੰ 3 ਦਿਨ ਤੱਕ ਉਹਨਾਂ ਦੀ ਜਾਂਚ ਹੋ ਰਹੀ ਹੈ। ਅਮਰੀਕੀ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਫਿਊਜੀਆਂ ਦਾ ਪੂਰਾ ਇਤਿਹਾਸ ਖੰਗਾਲਣ ਦੇ ਨਾਲ ਹੀ ਬਾਇਓਮੈਟ੍ਰਿਕ ਜਾਂਚ ਵੀ ਹੋ ਰਹੀ। ਕੁਝ ਲੋਕਾਂ ਨੂੰ ਇਸ ਜਾਂਚ ਦੇ ਸਿਲਸਿਲੇ ਵਿੱਚ ਕਤਰ ਵੀ ਲਿਜਾਇਆ ਗਿਆ। ਜਾਂਚ ਲਈ ਪੈਂਟਾਗਨ ਨੇ ਆਪਣੇ 4 ਸੈਨਿਕ ਬੇਸ ਤੈਅ ਕੀਤੇ ਨੇ। ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪਬਲਿਕ ਸਰਵਿਸਿਜ਼ ਕਮਿਸ਼ਨ ਦੀਆਂ ਪ੍ਰੀਖਿਆਵਾਂ ਦੌਰਾਨ ਪ੍ਰੀਖਿਆਰਥੀਆਂ ਨੂੰ ਧਾਰਮਿਕ ਚਿੰਨ੍ਹਾਂ ਨੂੰ ਨਾਲ ਲੈ ਕੇ ਆਉਣ ਤੇ ਲਗਾਈ ਪਾਬੰਦੀ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਨੋਟਿਸ ਲਿਆ ਅਤੇ ਇਸ ਹੁਕਮ ਪਿੱਛੇ ਸਿੱਖਾਂ ਖਿਲਾਫ ਡੂੰਘੀ ਸਾਜ਼ਿਸ਼ ਹੋਣ ਦਾ ਸ਼ੱਕ ਜ਼ਾਹਿਰ ਕੀਤਾ। ਉਹਨਾਂ ਨੇ ਹਰਿਆਣਾ ਸਰਕਾਰ ਨੂੰ ਉਕਤ ਹੁਕਮ ਤੁਰੰਤ ਵਾਪਸ ਲੈਣ ਲਈ ਕਿਹਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਵੀ ਹਰੇਕ ਮਨੁੱਖ ਨੂੰ ਆਪਣੇ ਧਰਮ ਅਨੁਸਾਰ ਧਾਰਮਿਕ ਚਿੰਨ੍ਹ ਪਹਿਨਣ ਜਾਂ ਰੱਖਣ ਦੀ ਆਜ਼ਾਦੀ ਦਿੰਦਾ ਹੈ, ਪਰ ਹਰਿਆਣਾ ਸਰਕਾਰ ਨੇ ਵਕਾਇਦਾ ਪ੍ਰੀਖਿਆਰਥੀਆਂ ਨੂੰ ਚਿੱਠੀ ਰਾਹੀਂ ਹਦਾਇਤ ਕੀਤੀ ਹੈ ਕਿ ਉਹ ਪ੍ਰੀਖਿਆ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਨਾਲ ਨਾ ਲੈ ਕੇ ਆਉਣ, ਜੋ ਕਿ ਸਰਾਸਰ ਧੱਕਾ ਹੈ। ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਆਪਣੇ ਫੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਸਿੱਖ ਅਜਿਹੇ ਨਾਦਰਸ਼ਾਹੀ ਫੈਸਲਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਸਿੰਘ ਸਾਹਿਬ ਨੇ ਹਰਿਆਣਾ ਸਰਕਾਰ ਵੱਲੋਂ ਫੈਸਲਾ ਵਾਪਸ ਨਾ ਲੈਣ ਦੀ ਸੂਰਤ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਮਲੇ ਦਾ ਨੋਟਿਸ ਲੈ ਕੇ ਮਾਮਲਾ ਹੱਲ ਕਰਵਾਉਣ ਅਤੇ ਹੱਲ ਨਾ ਹੋਣ ਤੇ ਅਦਾਲਤ ਦਾ ਰੁਖ ਕਰਨ ਦੇ ਹੁਕਮ ਦਿੱਤੇ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀ ਸੁੰਦੀਕਰਨ ਤੋਂ ਬਾਅਦ ਇਤਿਹਾਸਕ ਜ਼ਿਲ੍ਹਿਆਂਵਾਲੇ ਬਾਗ ਦਾ ਵਰਚੁਅਲ ਤੌਰ ਤੇ ਉਦਘਾਟਨ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਆਖਿਆ ਕਿ ਸ਼ਹੀਦੀ ਸਮਾਰਕ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ। ਨਵੀਨੀਕਰਨ ਤੋਂ ਬਾਅਦ ਇਹ ਹੋਰ ਵੀ ਸੁੰਦਰ ਰੂਪ ਵਿੱਚ ਲੋਕਾਂ ਦੇ ਸਾਹਮਣੇ ਆਵੇਗਾ। ਦੂਜੇ ਪਾਸੇ ਇਤਿਹਾਸਕ ਜ਼ਿਲ੍ਹਿਆਂਵਾਲੇ ਬਾਗ ਵਿੱਚ ਸਥਾਪਿਤ ਕੀਤੀਆਂ ਸਵੈ ਚਾਲਿਤ ਟਿਕਟਿੰਗ ਵੈਂਡਿੰਗ ਮਸ਼ੀਨਾਂ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਇਸ ਸੰਬੰਧ ਵਿੱਚ ਭਾਵੇਂ ਪ੍ਰਬੰਧਕਾਂ ਨੇ ਦਾਖਲਾ ਟਿਕਟ ਲਾਗੂ ਕਰਨ ਤੋਂ ਨਾ ਕਰ ਦਿੱਤੀ ਹੈ, ਪਰ ਉਕਤ ਸਥਾਨ ਤੇ ਲਗਾਈਆਂ ਗਈਆਂ ਮਸ਼ੀਨਾਂ ਤੋਂ ਇੰਜ ਲੱਗਦਾ ਹੈ ਕਿ ਇਹ ਮਸ਼ੀਨਾਂ ਭਵਿੱਖ ਵਿੱਚ ਦਾਖਲਾ ਟਿਕਟ ਲਈ ਹੀ ਲਗਾਈਆਂ ਗਈਆਂ ਹੋਣ। ਦੱਸ ਦਈਏ ਕਿ ਇਸ ਸੰਬੰਧੀ ਯਾਦਗਾਰ ਦੇ ਦਾਖਲ ਦੁਆਰ ਨੇੜੇ ਇੱਕ ਕਮਰਾ ਵੀ ਬਣਾਇਆ ਗਿਆ ਹੈ ਜੋ ਟਿਕਟ ਕਾਊਂਟਰ ਪ੍ਰਤੀਤ ਹੁੰਦਾ ਹੈ। ਜਲਿਆਂਵਾਲਾ ਬਾਗ ਯਾਦਗਾਰ ਟਰਸਟ ਦੇ ਇੱਕ ਮੈਂਬਰ ਨੇ ਕਿਸੇ ਤਰ੍ਹਾਂ ਦੀ ਟਿਕਟ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਤਿਹਾਸਕ ਯਾਦਗਾਰ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੋਈ ਦਾਖਲਾ ਟਿਕਟ ਨਹੀਂ ਹੋਵੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।